ਅੱਜ ਇਸ ਵਕਤ ਅਸੀਂ ਮੈਂ ਆਪਣੇ ਜਿਹੜਾ ਜੱਦੀ ਪਿੰਡ ਹੈ ਸਾਡਾ ਰਾਮਗੜ੍ਹ ਜ਼ਿਲ੍ਹਾ ਕਪੂਰਥਲਾ ਹਲਕਾ ਭਲੱਥ ਉੱਥੇ ਅਸੀਂ ਤੈਨਾਤ ਆ। ਫੋਕਲ ਪੁਆਇੰਟ ਸਾਡਾ ਜਿਹੜਾ ਮੰਡੀ ਦਾ ਹੈਗਾ ਪਰਚੇਸ ਸੈਂਟਰ, ਉੱਥੇ ਅਸੀਂ ਆਪਣਾ ਅੱਜ ਲਾਇਆ ਵਾ ਸਵਾਗਤ ਕਰਨ ਲਈ ਲੋਕਾਂ ਨੇ ਮੇਰਾ ਸਵਾਗਤ ਕੀਤਾ। ਪਹਿਲਾਂ ਪਿਛਲੇ 1.5-2 ਮਹੀਨੇ ਤੋਂ ਜਦੋਂ ਦਾ ਵੀ ਮੈਂ ਜੇਲ੍ਹ ਤੋਂ ਬਾਹਰ ਆਇਆ, ਉਸ ਤੋਂ ਬਾਅਦ ਹੁਣ ਮੇਰਾ ਫਰਜ਼ ਆ ਕਿ ਮੈਂ ਆਪਣੇ ਲੋਕਾਂ ਦਾ, ਆਪਣੇ ਹਲਕੇ ਦਾ, ਆਪਣੇ ਸੂਬੇ ਦਾ ਸ਼ੁਕਰੀਆ ਅਦਾ ਕਰਾਂ, ਸਵਾਗਤ ਕਰਾਂ। ਸੋ ਤੁਸੀਂ ਇੱਕ ਥੋੜਾ ਦ੍ਰਿਸ਼ ਦੇਖ ਸਕਦੇ ਹੋ ਕਿ ਲੋਕੀ ਆ ਰਹੇ ਨੇ, ਢੋਲ ਲੈ ਕੇ ਆ ਰਹੇ ਨੇ, ਵਧਾਈਆਂ ਦੇਣ ਆ ਰਹੇ ਨੇ, ਹਾਰ ਲੈ ਕੇ ਆ ਰਹੇ ਨੇ। ਬਹੁਤ ਦੂਰ ਤੱਕ ਤੁਸੀਂ ਦੇਖ ਰਹੇ ਹੋ ਕਿ ਮੈਂ ਸਵੇਰ ਦਾ ਲੋਕਾਂ ਦੇ ਨਾਲ ਜਿਹੜਾ ਹੈ ਅਸੀਂ ਜੁੜੇ ਹੋਏ ਹਾਂ ਔਰ ਬਹੁਤ ਖੁਸ਼ੀ ਆ ਮੈਨੂੰ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿੰਨੀਆਂ ਔਕੜਾਂ ਆਈਆਂ ਜ਼ਿੰਦਗੀ 'ਚ, ਕਿੰਨੀਆਂ, ਉਹ ਸਾਰੀਆਂ ਔਕੜਾਂ ਦੇ ਬਾਵਜੂਦ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਆਸ਼ੀਰਵਾਦ ਦੇ ਨਾਲ ਮੈਨੂੰ ਜਿਹੜੀ ਇਹ ਫਤਿਹ ਪ੍ਰਾਪਤ ਹੋਈ ਹੈ ਇਸ ਮੋਰਚੇ ਵਿੱਚੋਂ। ਔਰ ਇਹ ਜਿਹੜੀ ਫਤਿਹ ਆ ਇਹ ਕੋਈ ਰੂਟੀਨ ਫਤਿਹ ਨਹੀਂ ਗੀ। ਇੱਕ ਤਾਂ ਹੁੰਦੀ ਨਾ ਕਿ ਨਾਰਮਲ ਇਲੈਕਸ਼ਨ ਲੜੀ, 3-4 ਉਮੀਦਵਾਰ ਲੜੇ, ਇੱਕ ਦੀ ਜਿੱਤ ਹੋ ਗਈ, ਬਾਕੀ ਜਿਹੜੇ ਸੀ ਘਰਾਂ ਨੂੰ ਚਲੇ ਗਏ। ਇਹ ਪਿਛਲੇ 25 ਸਾਲ ਦੀ ਜਦੋਜਹਿਦ ਹੈ। 25 ਸਾਲ ਤੋਂ ਲਗਾਤਾਰ, ਮੈਂ ਪਹਿਲੀ ਇਲੈਕਸ਼ਨ 1997 ਚ ਲੜੀ ਸੀਗੀ। 25 ਸਾਲ ਤੋਂ ਲਗਾਤਾਰ ਜਦੋਜਹਿਦ ਕਰਦੇ ਕੁਝ ਗੱਲਾਂ ਅਕਸਰ ਜ਼ਿੰਦਗੀ 'ਚ, ਮੈਂ ਵੀ ਇਨਸਾਨ ਹੈ ਤੁਹਾਡੇ ਸਾਰਿਆਂ ਦੀ ਤਰ੍ਹਾਂ, ਗਲਤੀਆਂ ਹੋ ਜਾਂਦੀਆਂ ਨੇ ਜ਼ਿੰਦਗੀ 'ਚ, ਪਰ ਗਲਤੀਆਂ ਨੂੰ ਸੁਧਾਰਦੇ ਹੋਏ ਅੱਗੇ ਵੱਧਦੇ ਅੱਜ ਇਸ ਮੁਕਾਮ ਤੇ ਪਹੁੰਚਿਆ ਕਿ ਮੈਨੂੰ ਤੀਸਰੀ ਵਾਰ ਪੰਜਾਬ ਦੇ ਤੇ ਹਲਕਾ ਭਲੱਥ ਦੇ ਲੋਕਾਂ ਨੇ ਜਿਹੜਾ ਸੀਗਾ ਉਹ ਅੱਜ ਮੌਕਾ ਦਿੱਤਾ ਵਾ। ਤੀਸਰੀ ਵਾਰ ਤੁਸੀਂ ਦੇਖ ਸਕਦੇ ਹੋ ਕਿ ਢੋਲ ਵਜਾ ਰਹੇ ਨੇ, ਲੋਕੀ ਆ ਰਹੇ ਨੇ, ਢੋਲ ਢਮੱਕਾ ਜਿਹਨੂੰ ਕਹਿੰਦੇ ਨੇ ਉਹ ਚੱਲ ਰਿਹਾ ਵਾ ਇਸ ਵੇਲੇ। ਇਹ ਸਾਰਾ ਕੁਝ ਚੱਲੀ ਜਾਣ ਦੇਣਾ ਆਪਾਂ ਲਗਾਤਾਰ ਨਾਲ ਹੀ। ਤੋਂ ਮੈਨੂੰ ਤੀਸਰੀ ਵਾਰ ਲੋਕਾਂ ਨੇ ਨਵਾਜ ਕੇ ਪੰਜਾਬ ਦੀ ਵਿਧਾਨ ਸਭਾ 'ਚ ਪਹੁੰਚਾਇਆ। ਹੁਣ ਮੇਰਾ ਫਰਜ਼ ਹੈ ਅੱਗੇ ਕਿ ਮੈਂ ਆਪਣੇ ਸੂਬੇ ਦੇ, ਆਪਣੇ ਲੋਕਾਂ ਦੇ, ਆਪਣੇ ਜਿਹੜੇ ਪੱਖ ਦੇ ਮਸਲੇ ਨੇ, ਕਿਉਂਕਿ ਪੰਜਾਬ ਇਸ ਵਕਤ ਬਹੁਤ ਵੱਡੀਆਂ ਚੁਣੌਤੀਆਂ ਨੂੰ ਦਰਪੇਸ਼ ਆ। ਕੱਲੀ ਸਟੇਟ ਦਰਪੇਸ਼ ਨਹੀਂ ਕਿ ਕੌਮ ਵੀ ਦਰਪੇਸ਼ ਆ। ਕੌਮ ਜਿੱਦਾਂ ਨਾ ਚੁਰਾਹੇ ਦੇ ਉੱਤੇ ਖੜੀ ਹੋਈ ਆ, ਚੌਂਕ ਦੇ ਵਿੱਚ ਖੜੀ ਹੋਈ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਰਾਹ ਤੇ ਅਸੀਂ ਜਾਣਾ। ਉਹਨਾਂ ਨੂੰ ਠੀਕ ਰਾਹ ਦੇ ਉੱਤੇ ਲੈ ਕੇ ਜਾਣਾ ਔਰ ਸੱਚ ਤੇ ਇਨਸਾਫ ਦੇ ਮਾਰਗ ਤੇ ਚੱਲਣਾ, ਇਹ ਮੇਰਾ ਆਪਣਾ ਫਰਜ਼ ਹੋਵੇਗਾ। ਇੱਕ ਗੱਲ ਮੈਂ ਆਪਣੇ ਜਿਹੜੇ ਇਸ ਵਕਤ ਪਾਰਟੀ ਜਿੱਤੀ, ਆਮ ਆਦਮੀ ਪਾਰਟੀ, ਮੈਂ ਉਹਨਾਂ ਦੇ ਨਾਲ ਬਹੁਤ ਅਰਸਾ ਕੰਮ ਕੀਤਾ। ਹਾਲਾਂਕਿ ਮੇਰਾ ਤਾਂ ਬੜਾ ਬੈਡ ਐਕਸਪੀਰੀਅੰਸ ਰਿਹਾ ਵਾ ਜ਼ਿੰਦਗੀ ਦਾ। ਹੋ ਸਕਦਾ ਕਈਆਂ ਦੇ ਚੰਗੇ ਐਕਸਪੀਰੀਅੰਸ ਹੋਣਗੇ, ਹੋ ਸਕਦਾ ਕਈਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅੱਛੇ ਹੋ ਸਕਦੇ, ਲੇਕਿਨ ਮੇਰਾ ਨਾਲ ਬੈਡ ਐਕਸਪੀਰੀਅੰਸ ਸੀਗਾ। ਲੇਕਿਨ ਇਹਦੇ ਬਾਵਜੂਦ ਮੈਂ ਆਮ ਆਦਮੀ ਪਾਰਟੀ ਨੂੰ ਤੇ ਭਗਵੰਤ ਮਾਨ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਮੈਂ ਉਮੀਦ ਕਰਦਾ ਹਾਂ ਕਿ ਜਿਹੜੇ ਉਹਨਾਂ ਨੇ ਹੁਣ ਵਾਅਦੇ ਕੀਤੇ ਲੋਕਾਂ ਦੇ ਨਾਲ, ਜਿਹੜੇ ਉਹ ਸਮਝਦੇ ਕਿ 70 ਸਾਲਾਂ 'ਚ ਨਹੀਂ ਪਾਰਟੀਆਂ ਕਰ ਸਕੀਆਂ, ਉਹਨਾਂ ਦੇ ਮੁਤਾਬਕ ਕਿ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੋਇਆ। ਚਲੋ ਮੰਨ ਲਿਆ ਕਿ ਕੁਝ ਵੀ ਨਹੀਂ ਹੋਇਆ। ਹੁਣ ਆਪਾਂ ਦੇਖਣਾ ਵਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ ਕੀਤੀਆਂ ਹੋਈਆਂ ਕਮਿਟਮੈਂਟਸ ਨੂੰ ਕਿਸ ਤਰ੍ਹਾਂ ਆਨਰ ਕਰਦੇ ਨੇ। ਕਮਿਟਮੈਂਟ ਇਹ ਨਹੀਂ ਹੁੰਦੀ ਕਿ ਅਸੀਂ 1000 ਰੁਪਇਆ ਦੇਣਾ ਜੀ ਜਾਂ ਅਸੀਂ ਕੋਈ ਇੰਨੇ ਯੂਨਿਟ ਫ੍ਰੀ ਦੇਣੀ। ਦੈਟ ਇਜ਼ ਨਾਟ ਅ ਕਮਿਟਮੈਂਟ। ਉਹ ਤਾਂ ਛੋਟੀਆਂ ਇੱਕ ਚੁਣਾਵੀ ਵਾਅਦੇ ਨੇ। ਉਹ ਤਾਂ ਉਹਨਾਂ ਨੂੰ ਸਾਈਡ ਤੇ ਰੱਖ ਦਿਓ। ਜਿਹੜੇ ਪੰਜਾਬ ਦੇ ਅਸਲ ਇਸ਼ੂਜ਼ ਨੇ, ਜਿੱਦਾਂ ਮਿਸਾਲ ਦੇ ਤੌਰ ਦੇ ਉੱਤੇ ਸਾਡੇ ਪਾਣੀਆਂ ਦਾ ਮਸਲਾ ਪੰਜਾਬ ਦਾ, ਸਾਡਾ ਪਾਣੀ ਅਗਰ ਨਾ ਖੁੱਸਿਆ ਹੁੰਦਾ ਰਾਜਸਥਾਨ, ਹਰਿਆਣੇ ਤੇ ਦਿੱਲੀ ਨੂੰ, ਤੇ ਸ਼ਾਇਦ ਪੰਜਾਬ ਦੀ ਤਸਵੀਰ ਹੋਰ ਹੁੰਦੀ। ਪੰਜਾਬ ਦਾ 1 ਲੱਖ ਕਰੋੜ ਦਾ ਕਰਜ਼ਈ ਕਿਸਾਨ ਆ, ਆਤਮ ਹੱਤਿਆ ਕਰ ਰਿਹਾ। ਘਰ ਘਰ ਦੇ ਵਿੱਚ ਨਾ ਮਾਤਮ ਛਾਇਆ ਹੋਇਆ ਵਾ। ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਬਹੁਤ ਵੱਡੀ ਤਾਦਾਦ 'ਚ। ਵੋਟਾਂ ਵਧੀਆਂ ਲੇਕਿਨ ਪੋਲ ਤਾਦਾਦ ਪਰਸੈਂਟੇਜ ਘਟੀ ਪੰਜਾਬ 'ਚ, ਕਿਉਂਕਿ ਜਹਾਜ਼ਾਂ ਦੇ ਜਹਾਜ਼ ਭਰ ਕੇ ਬੱਚੇ ਵਿਦੇਸ਼ਾਂ ਜਾ ਰਹੇ ਨੇ। ਔਰ ਇਸ ਦੇ ਨਾਲ ਸਾਡੀ ਭਾਸ਼ਾ, ਸਾਡਾ ਜਿਹੜਾ ਕੰਟਰੋਲ ਤਾਜ਼ਾ ਹੁਣੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਖੋਇਆ ਕੇਂਦਰ ਨੇ, ਉੱਥੇ ਕਿੱਦਾਂ ਲੜਨਾ ਵਾ। ਸਾਡਾ ਚੰਡੀਗੜ੍ਹ ਦੇ ਵਿੱਚ 60 ਤੇ 40 ਦਾ ਰੇਸ਼ੋ ਜਿਹੜਾ ਉਸ ਨੂੰ ਅਪਸੈਟ ਕੀਤਾ ਬੀਜੇਪੀ ਨੇ, ਉਸ ਨਾਲ ਕਿੱਦਾਂ ਲੜਨਾ ਵਾ। ਇਹ ਸਾਰੇ ਇਸ਼ੂਜ਼ ਜਿਹੜੇ ਨੇ ਆਉਣ ਵਾਲੇ ਇੱਕ ਬਹੁਤ ਵੱਡਾ ਇਮਤਿਹਾਨ ਹੈ ਪੰਜਾਬ ਦੀ ਨਵੀਂ ਬਣਨ ਵਾਲੀ ਸਰਕਾਰ ਦੀ। ਉਮੀਦ ਤਾਂ ਇਹੀ ਕਰਦੇ ਕਿ ਉਹ ਪਹਿਰਾ ਦੇਣਗੇ ਔਰ ਅਸੀਂ ਸਾਥ ਦਿਆਂਗੇ। ਮੈਂ just because ਮੈਂ opposition 'ਚ, I will not indulge in unfair criticism. I will only do constructive criticism. ਔਰ ਅਸੀਂ ਸਰਕਾਰ ਨੂੰ ਜਗਾ ਕੇ ਰੱਖਾਂਗੇ ਕਿ ਆਹ ਤੁਸੀਂ, ਤੁਹਾਡੇ ਫਰਜ਼ ਆ, ਆਹ ਤੁਹਾਡਾ ਪੈਰਾਮੀਟਰ ਸੀਗੇ, ਆਹ ਤੁਸੀਂ ਵਾਅਦੇ ਕੀਤੇ ਨੇ, ਇਹਦੇ ਤੋਂ ਤੁਸੀਂ ਬਰਕਰਾਰ ਰਹਿਣਾ। ਸੋ ਇਹ ਇੱਕ ਰੋਲ ਆਪੋਜੀਸ਼ਨ ਦਾ ਹੁੰਦਾ ਵਾ, ਚੌਕੀਦਾਰ ਵਾਲਾ, ਉਹ ਆਪਾਂ ਪੂਰਾ ਅਦਾ ਕਰਨਾ। ਦੂਸਰੀ ਗੱਲ ਮੈਂ ਆਪਣੇ ਕਾਂਗਰਸ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ, ਠੀਕ ਹੈ, ਮੈਂ 3-4 ਸਾਲ ਆਮ ਆਦਮੀ ਪਾਰਟੀ 'ਚ ਗਿਆ ਸੀਗਾ, ਨੋ ਡਾਊਟ, ਪਰ ਉਸ ਤੋਂ ਪਹਿਲਾਂ ਮੈਂ ਕਾਂਗਰਸ ਲਈ ਬਹੁਤ ਅਰਸੇ ਤੋਂ ਜਦੋਜਹਿਦ ਕੀਤੀ ਹੈ। 97 ਤੋਂ ਲੈ ਕੇ ਹੁਣ 25 ਸਾਲ ਮੇਰੀ ਜ਼ਿੰਦਗੀ ਦੇ ਪੂਰੇ ਹੋ ਗਏ ਆ। 22-23 ਸਾਲ ਮੈਂ ਕਾਂਗਰਸ ਲਈ ਬਹੁਤ ਜਦੋਜਹਿਦ, ਵਿਦ ਡਿਊ ਰਿਸਪੈਕਟ, ਮੈਂ ਕਿਸੇ ਦੇ ਮੁਖਾਲਫਤ ਨਹੀਂ ਕਰ ਰਿਹਾ। ਜਦੋਂ ਵੱਡੇ ਲੀਡਰ ਘਰਾਂ ਛੁਪ ਜਾਂਦੇ ਸੀਗੇ, ਮੈਂ ਵਿਧਾਨ ਸਭਾ ਦੇ ਵਿੱਚ ਜਦੋਂ ਪਹਿਲੀ ਵਾਰੀ ਇਲੈਕਟ ਹੋਇਆ, ਸਾਹਮਣੇ ਖੜ ਕੇ ਬਾਦਲਾਂ ਦੇ ਇੱਦਾਂ ਸਾਹਮਣੇ
ਉਹਨਾਂ ਨੂੰ ਸ਼ੀਸ਼ਾ ਦਿਖਾਉਂਦਾ ਸੀ ਕਿ ਤੁਸੀਂ ਕਰਪਟ ਹੋ, ਤੁਸੀਂ ਸਿੱਖਾਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਤੁਸੀਂ ਜਿਹੜਾ ਹੈ ਉਹ ਧਰੋਹ ਕਮਾ ਰਹੇ ਹੋ, ਤੁਸੀਂ ਬੀਜੇਪੀ ਦੀ ਸਪੋਰਟ ਕਰ ਰਹੇ ਹੋ, ਤੁਸੀਂ ਮਾਈਨੋਰਿਟੀਜ਼ ਦੇ ਨਾਲ ਧਰੋਹ ਕਮਾ ਰਹੇ ਹੋ, ਤੁਸੀਂ ਆਪਣੀ ਆਈਡੀਓਲੋਜੀ ਨੂੰ ਛਿੱਕੇ ਤੇ ਟੰਗਤਾ। ਸਾਰੀਆਂ ਗੱਲਾਂ ਜਦੋਂ ਹੋਈਆਂ 6 ਮੁਕੱਦਮੇ ਮੇਰੇ ਤੇ ਦਰਜ ਕੀਤੇ 2007 ਤੋਂ ਲੈ ਕੇ 12 ਤੱਕ। ਚਲੋ ਉਹ ਤਾਂ ਮੁਕੱਦਮੇ ਇੱਕ ਪਾਸੇ ਰਹਿ ਗਏ, ਹਾਈ ਕੋਰਟ ਨੇ ਉਹ ਸਾਰੇ ਕੁਐਸ਼ ਕਰ ਦਿੱਤੇ। ਮਤਲਬ ਕਹਿਣ ਦਾ ਕਿ ਮੈਂ ਉਦੋਂ ਦਾ ਲੜ ਰਿਹਾ ਜਦੋਂ ਬਾਕੀ ਸਾਰੇ ਲੀਡਰਸ ਕਈ ਵਾਰੀ ਕੰਪਰੋਮਾਈਜ਼ ਮੋਡ ਵਿੱਚ ਸੀਗੇ, ਬਾਦਲਾਂ ਦੇ ਨਾਲ ਡਰਦੇ ਸੀਗੇ ਕਿ ਸਾਡੇ ਤੇ ਪਰਚਾ ਨਾ ਹੋ ਜੇ, ਸਾਡੀਆਂ ਗੱਡੀਆਂ ਮੋਟਰਾਂ ਨਾ ਖੁੱਸ ਜਾਣ, ਸਾਡੀ ਸਿਕਿਉਰਿਟੀ ਨਾ ਖੁੱਸ ਜੇ, ਸਾਡੀਆਂ ਕੋਠੀਆਂ ਨਾ ਖੁੱਸ ਜਾਣ। ਆਈ ਹੈਵ ਸਟੂਡ ਮਾਈ ਗਰਾਊਂਡ ਔਰ ਉਹਦੇ ਲਈ ਮੈਨੂੰ ਕੀਮਤ ਅਦਾ ਕਰਨੀ ਪਈ ਆ, ਪਹਿਲਾਂ ਵੀ ਕਰਨੀ ਪਈ ਤੇ ਹੁਣ ਫਿਰ ਕਰਨੀ ਪਈ ਆ। ਜੋ ਤੁਸੀਂ ਦੇਖਿਆ ਮੈਨੂੰ ਜੇਲ੍ਹ ਹੋਈ 78 ਦਿਨ, ਲੇਕਿਨ ਉਹ ਕੀ ਕਹਿੰਦੇ ਹੁੰਦੇ ਕਿ ਅਲਟੀਮੇਟ ਸੱਚ ਜਿੱਤ ਜਿਹੜੀ ਉਹ ਸੱਚ ਦੀ ਹੋਵੇਗੀ। ਉਹੀ ਗੱਲ ਹੋਈ ਆ ਮੇਰੇ ਘੱਟੋ ਘੱਟ ਹਲਕਾ ਭਲੱਥ ਵਿੱਚ ਕਿ ਜਿਹੜੀ ਜਿੱਤ ਆ ਉਹ ਇਨਸਾਫ ਤੇ ਸੱਚ ਦੀ ਜਿੱਤ ਹੋਈ ਆ। ਸੋ ਇੱਕ ਤਾਂ ਮੈਂ ਆਪਣੇ ਵੋਟਰਸ ਦਾ ਬਹੁਤ ਸ਼ੁਕਰੀਆ ਅਦਾ ਕਰਦਾ, ਮੇਰੇ ਕੋਲ ਸ਼ਬਦ ਹੀ ਨਹੀਂ ਗਏ। ਸਾਰੀਆਂ ਪਾਰਟੀਆਂ ਦੇ ਵੋਟਰਸ, ਮੇਰੇ ਅਕਾਲੀ ਵੀ ਮੇਰੇ ਭਰਾ ਨੇ, ਆਮ ਆਦਮੀ ਵਾਲੇ ਜਿਹੜੇ ਇਲਾਕੇ 'ਚ ਹੋਣਗੇ ਉਹ ਵੀ ਮੇਰੇ ਨਾਲ ਹੀ ਕੰਮ ਕਰਦੇ ਰਹੇ, ਮੇਰੇ ਛੋਟੇ ਵੀਰ ਨੇ, ਸਾਰੇ ਭਰਾ ਨੇ। ਔਰ ਮੇਰੀ ਪਾਰਟੀ ਆਪਣੇ ਦੇ ਜਿਹੜਾ ਕੇਡਰ ਹੈ ਉਹ ਤਾਂ ਚਲੋ ਹੈ ਹੀ ਹੈ। ਸਾਰਿਆਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਔਰ ਇੱਕ ਮੈਂ ਆਮ ਆਦਮੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹੀ ਗੱਲ ਬਹੁਤ ਦੇਰ ਦੀ ਰੱਟ ਲਾਈ ਸੀਗੀ ਵੀ ਖਹਿਰਾ ਇਕੱਲੇ ਝਾੜੂ ਕਰਕੇ ਐਮਐਲਏ ਬਣਿਆ। ਪਹਿਲਾਂ ਤਾਂ ਤੁਸੀਂ ਭੁੱਲ ਗਏ ਕਿ ਮੈਂ 2007 'ਚ ਵੀ ਬਣਿਆ ਸੀਗਾ। ਉਹ ਤੋਂ ਪਹਿਲਾਂ 3 ਵਾਰ ਮੇਰੇ ਪਿਤਾ ਜੀ ਨੇ ਇਸੇ ਹਲਕਾ ਭਲੱਥ ਨੂੰ ਰਿਪਰੈਜ਼ੈਂਟ ਕੀਤਾ। ਅਸੀਂ 50 ਸਾਲ ਦੇ ਇਸ ਪੋਲੀਟੀਕਲ ਲਾਈਨ ਦੇ ਵਿੱਚ। ਇਹ ਕਿਸੇ ਦੇ ਕਰਕੇ ਕੋਈ ਨਹੀਂ ਹੁੰਦਾ। ਹਰ ਆਦਮੀ ਆਪਣੇ ਕਿਰਦਾਰ, ਆਪਣੇ ਕਰਤੱਵ ਦੇ ਨਾਲ ਆਪਣੀ ਕਮਾਈ ਕਰਦਾ ਵਾ, ਤੇ ਮੈਂ ਆਪਣੇ ਕਿਰਦਾਰ ਤੇ ਕਰਤੱਵ ਤੇ ਸੱਚ ਦੇ ਉੱਤੇ ਪਹਿਰਾ ਦੇ ਕੇ ਆਪਣੀ ਕਮਾਈ ਕੀਤੀ ਸੀਗੀ। ਇਸ ਕਰਕੇ ਮੈਂ ਜਿੱਤਿਆ। ਹੁਣ ਮੇਰਾ ਖਿਆਲ ਵਹਿਮ ਨਿਕਲ ਗਿਆ ਹੋਵੇਗਾ ਕਿ ਇਕੱਲੇ ਝਾੜੂ ਦੇ ਨਾਲ ਹੀ ਖਹਿਰਾ ਬਣਿਆ ਸੀਗਾ, ਨਿਕਲ ਗਿਆ ਹੋਵੇਗਾ ਵਹਿਮ, ਕਿਉਂਕਿ ਮੈਨੂੰ ਜਿਤਾਇਆ ਇਹਨਾਂ ਲੋਕਾਂ ਨੇ। ਕਮਾਈ ਜ਼ਰਾ ਮੈਨੂੰ ਇਹਨਾਂ ਨੇ ਜਿਤਾਇਆ ਵਾ, ਮੈਨੂੰ ਕਿਸੇ ਪਾਰਟੀ ਚੋਣ ਚਿੰਨ੍ਹ ਕਿਸੇ ਨੇ ਨਹੀਂ ਜਿਤਾਇਆ। ਸੋ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ। ਔਰ ਮੈਨੂੰ ਜਿਤਾਇਆ ਇਲਾਕੇ ਦੇ ਹਲਕਾ ਭਲੱਥ ਦੇ ਲੋਕਾਂ ਨੇ। ਇਹ ਗਾਂ ਨੂੰ ਸਾਰਿਆਂ ਨੂੰ ਵਾਸਤੇ ਇੱਕ ਮੈਸੇਜ ਆ ਕਿ ਇਦਾਂ ਹੰਕਾਰ ਨਹੀਂ ਕਰਨਾ। ਠੀਕ ਹੈ, ਤੁਸੀਂ ਆਪਣਾ ਕੰਮ ਕਰੋ, ਗਵਰਨਮੈਂਟ ਬਣਾਈ ਆ, ਜੀ ਸਦਕੇ ਆਪਣੇ ਤਗੜੇ ਹੋ ਕੇ ਕੰਮ ਕਰੋ। ਇੱਕ ਮੈਸੇਜ ਕਾਂਗਰਸ ਦੇ ਕੇਡਰਸ ਨੂੰ ਮੈਂ ਦੇਣਾ ਚਾਹੁੰਦਾ, ਘਬਰਾਉਣਾ ਨਹੀਂਗਾ ਬਿਲਕੁਲ ਵੀ। ਦੇਖੋ ਮੈਂ ਤੁਹਾਡੇ ਸਾਹਮਣੇ ਜੀ ਦੀ ਜਾਗ ਦੀ ਮਿਸਾਲ ਆ। ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ 97 'ਚ, ਮੇਰੀ ਉਮਰ ਸ਼ਾਇਦ 32-33 ਸਾਲ ਸੀਗੀ। ਮੈਂ 28,000 ਵੋਟ ਤੇ ਹਾਰਿਆ, 28,000 ਤੇ। ਮਤਲਬ ਹੁਣ ਤਾਂ ਚਲੋ ਬਹੁਤ ਵੱਡੇ ਵੱਡੇ ਮਾਰਜਨ ਤੇ ਲੋਕੀ ਹਾਰੇ ਨੇ, ਪਰ ਉਦੋਂ 28,000 ਅੱਜ ਤੋਂ 25 ਸਾਲ ਪਹਿਲਾਂ ਵਾਸ ਕੁਆਇਟ ਅ ਬਿਗ ਮਾਰਜਨ। ਤੇ ਆਈ ਗॉट ਸ਼ੈਟਰਡ ਫॉर ਅ ਵਾਈਲ, ਜਿੱਦਾਂ ਮਤਲਬ ਡਿਮੋਰਲਾਈਜ਼ ਫॉर ਅ ਵਾਈਲ। ਪਰ ਮੇਰੇ ਪਿਤਾ ਜੀ ਅੱਜ ਹੈ ਨਹੀਂ ਸਾਡੇ 'ਚ। ਉਹਨਾਂ ਨੇ ਕਿਹਾ ਕਿ ਸੁਖਪਾਲ ਬਿਲਕੁਲ ਘਬਰਾਉਣਾ ਨਹੀਂਗਾ, ਉੱਠ, ਤਗੜਾ ਹੋ, ਲੜ। ਔਰ ਕਿਉਂਕਿ ਅਸੀਂ ਕਦੀ ਵੀ ਜ਼ਿੰਦਗੀ 'ਚ ਅਸੀਂ ਬਾਦਲਾਂ ਨਾਲ ਸੈਪਰੇਟ ਹੋਏ ਸੀ, ਮੇਰੇ ਪਿਤਾ ਜੀ ਅਕਾਲੀ ਸੀਗੇ, ਤਾਂ ਬਹੁਤ ਸਾਰੇ ਲੋਕ ਸਾਨੂੰ ਆਏ ਸੁਣਿਆ ਦੇਣ ਲਈ, ਸੁਲਾਹ ਕਰਾਉਣ ਲਈ। ਬਾਦਲਾਂ ਨੇ ਵੀ ਸੁਣਿਆ ਭੇਜਿਆ ਕਿ ਤੁਹਾਡੇ ਬੇਟੇ ਨੂੰ ਅਸੀਂ ਬਣਾ ਦਿੰਦੇ ਐਮਐਲਏ, ਸਰਦਾਰ ਸਾਹਿਬ ਤੁਸੀਂ ਪਿੱਛੇ ਹਟ ਜਾਓ। ਅਸੀਂ ਫੈਸਲਾ ਕੀਤਾ ਸੀ ਕਿ ਜੇ ਲਵਾਂਗੇ ਕੁਛ ਤੇ ਆਪਣੀ ਤਾਕਤ ਨਾਲ ਲੜ ਕੇ ਲਵਾਂਗੇ, ਮਿਹਨਤ ਕੱਢ ਕੇ ਕੁਛ ਨਹੀਂ ਲੈਣਾ ਜ਼ਿੰਦਗੀ। ਮਿਹਨਤ ਨਾਲ ਜ਼ਿੰਦਗੀ ਕਦੀ ਨਹੀਂ ਚੱਲਦੀ ਮੇਰੇ ਵੀਰੋ, ਸਤਿਕਾਰਯੋਗ ਭਰਾਵੋ ਤੇ ਭੈਣੋ। ਆਪਣਾ ਅਧਿਕਾਰ ਲੈਣ ਵਾਸਤੇ ਲੜਨਾ ਤੇ ਭਿੜਨਾ ਪੈਂਦਾ। ਸੋ ਮੈਂ ਕਾਂਗਰਸ ਦੇ ਕੇਡਰ ਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਡਿਮੋਰਲਾਈਜ਼ ਨਹੀਂ ਹੋਣਾ। ਆਪਾਂ ਤਕੜੇ ਹੋ ਕੇ ਲੜਨੀ ਆ ਲੜਾਈ। ਆਪਾਂ ਸਰਕਾਰ ਨੂੰ ਹਲੇ 6-8 ਮਹੀਨੇ ਦੇਣਾ ਸਮਾਂ, ਸਾਲ, ਹਨੀਮੂਨ ਪੀਰੀਅਡ ਕਹਿੰਦੇ ਕਿ ਤਕੜੇ ਹੋ ਕੇ ਕੰਮ ਕਰੋ। ਕੰਮ ਕਰਨਗੇ ਮੁਬਾਰਕਬਾਦ ਦਿਆਂਗੇ, ਅੱਛਾ ਕੰਮ ਕਰ, ਪਿੱਠ ਥਾਪੜਾਂਗੇ। ਜਿੱਥੇ ਕੰਮ ਗਲਤ ਕਰਨਗੇ, ਜਿੱਥੇ ਕੋਈ ਰੇਤਾ ਬਜਰੀ ਦੇ ਆਣ ਕੇ ਫਸ ਕੇ ਫਸਾ ਲੈਣੇ ਆ, ਛੱਡਣੇ ਨਹੀਂਗੇ। ਔਰ ਤੁਸੀਂ ਤਗੜੇ ਹੋ ਕੇ ਦੇਣਾ। ਅਸੀਂ ਇੱਕ ਪੰਜਾਬ ਦੇ ਇਸ਼ੂ ਤੇ ਪਹਿਰਾ ਦੇਣਾ, ਇੱਕ ਤੇ, whether it is illegal mining, whether it is drugs, whether it is corruption, whether it is ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਜਾਂ ਕੋਈ ਵੀ ਜਿਹੜੀ ਬੇਇਨਸਾਫੀ ਪੰਜਾਬ ਦੇ ਨਾਲ ਹੋਈ ਆ ਪਿਛਲੇ ਕੁਝ ਦਹਾਕਿਆਂ 'ਚ, ਉਹਦੇ ਤੇ ਆਪਾਂ ਸਭ ਨੇ ਡਟ ਕੇ ਪਹਿਰਾ ਦੇਣਾ। ਮੈਂ ਤੁਹਾਡੇ ਨਾਲ ਖੜਾ ਇਦਾਂ ਮਜ਼ਬੂਤੀ ਦੇ ਨਾਲ। ਔਰ ਕਿਸੇ ਵਰਕਰ ਨੂੰ ਸਾਰੇ ਪੰਜਾਬ 'ਚ ਆਵਾਜ਼ ਦੇਣਾ ਵਾ, ਕਿਸੇ ਨਾਲ ਕੋਈ ਬਦਲਾਖੋਰੀ ਦੀ ਕਾਰਵਾਈ ਹੋਵੇ, ਤੁਹਾਨੂੰ ਲੱਗਿਆ ਕਿ ਤੁਹਾਡੇ ਨਾਲ ਕੋਈ ਧੱਕਾ ਕਰ ਰਿਹਾ ਵਾ, ਮੈਂ ਬੈਠਾ ਇੱਥੇ, ਬਲਕਿ ਮੈਂ ਸਭ ਨਾਲ ਬੈਠਾ ਵਾਂ। ਨਾਟ ਓਨਲੀ ਕਾਂਗਰਸ ਕੇਡਰਸ, ਵਰਕਰਸ, ਸਾਰੇ ਪੰਜਾਬੀਆਂ ਨੂੰ ਮੇਰੀ ਅਪੀਲ ਹੈ ਕਿ ਡਰਨਾ ਨਹੀਂਗਾ, ਘਬਰਾਉਣਾ ਨਹੀਂਗਾ, ਆਪਣੀ ਸੈਲਫ ਰਿਸਪੈਕਟ ਨਹੀਂ ਗਵਾਉਣੀ। ਪਹਿਲਾਂ ਸੈਲਫ ਰਿਸਪੈਕਟ ਆ, ਪਹਿਲਾਂ ਪੱਗ ਆ ਸਿਰ ਦੀ, ਬਾਕੀ ਗੱਲਾਂ ਸਾਰੀਆਂ ਬਾਅਦ 'ਚ ਕਿ ਪੈਸਾ ਕਿੱਥੇ ਆ, ਅਹੁਦਾ ਕਿਹੜਾ ਵਾ। ਸੋ ਆਪਾਂ ਸਭ ਨੇ ਤਕੜੇ ਹੋ ਕੇ, ਇਕੱਠੇ ਹੋ ਕੇ, ਇਕਮੁੱਠ ਹੋ ਕੇ ਇਹ ਲੜਾਈ ਕਾਂ ਵੀ ਤੋਰਨੀ ਆ। ਕਾਂਗਰਸ ਨੂੰ ਰਿਵਾਈਵ ਕਰਨਾ ਅਸੀਂ। ਕਾਂਗਰਸ ਇਜ਼ ਨਾਟ ਅ ਸਮਾਲ ਲਿਟਲ ਪਾਰਟੀ, ਇਟਸ ਅ ਨੈਸ਼ਨਲ ਪਾਰਟੀ, ਇਟਸ ਲਾਈਕ ਅ ਓਸ਼ਨ। ਬਹੁਤ ਸਾਰੇ ਲੋਕ ਆਉਂਦੇ ਨੇ, ਬਹੁਤ ਸਾਰੇ ਚਲੇ ਜਾਂਦੇ ਨੇ। ਵੀ ਵਿਲ ਡੈਫੀਨੇਟਲੀ ਰਿਵਾਈਵ ਦ ਕਾਂਗਰਸ ਪਾਰਟੀ ਇਨ ਪੰਜਾਬ ਐਂਡ ਨੈਕਸਟ ਗਵਰਨਮੈਂਟ ਵਿਲ ਡੈਫੀਨੇਟਲੀ ਬੀ ਫਾਰਮਡ ਬਾਈ ਦ ਕਾਂਗਰਸ ਪਾਰਟੀ। ਇਹੀ ਮੇਰੀ ਕਾਮਨਾ ਤੇ ਅਰਦਾਸ। ਸੁਖਬੀਰ ਹੁਣਾਂ ਨੂੰ ਸੁਣਿਆ, ਸਾਡੀ ਭੈਣ ਹੈ ਹਰਸਿਮਰਤ ਕੌਰ, ਕੋਈ ਇਹੋ ਜਿਹੀ ਗੱਲ ਨਹੀਂ। ਵਿਕਰਮ ਵੀ ਸਾਰਾ, ਉਹਨਾਂ ਦੀ ਫੈਮਿਲੀ ਵੀ ਸਾਰੇ, ਕਿ ਦੇਖੋ ਤੁਸੀਂ ਨਾ ਸਮਝ ਹੀ ਨਹੀਂ ਸਕੇ ਕਿ ਅਕਾਲੀ ਦਲ ਕੀ ਚੀਜ਼ ਸੀਗੀ। ਅਕਾਲੀ ਦਲ ਸੋਨਾ ਸੀ, ਸੋਨਾ। ਤੁਸੀਂ ਇਸ ਨੂੰ ਸਵਾਹ ਕਰ ਦਿੱਤਾ। ਬਿਲਕੁਲ ਸੋਨੇ ਦੀ ਪਾਰਟੀ ਸੀ। ਮੇਰੇ ਪਿਤਾ ਜੀ ਨੇ ਕੰਮ ਕੀਤਾ, ਜੇਲ੍ਹਾਂ ਕੱਟੀਆਂ, ਮੋਰਚੇ ਲੱਗੇ,
ਜਦੋਂ ਤੁਸੀਂ ਆਪਣੀ ਆਈਡੀਓਲੋਜੀ ਛੱਡਤੀ ਨਾ, ਜਦੋਂ ਵਿਚਾਰਧਾਰਾ ਤੋਂ ਤੁਸੀਂ ਭਟਕ ਗਏ, ਤੁਹਾਨੂੰ ਐਂ ਲੱਗਣ ਲੱਗ ਗਿਆ 2012 ਦੀ ਇਲੈਕਸ਼ਨ ਜਿੱਤ ਕੇ ਸੁਖਬੀਰ ਨੂੰ ਕਿ ਇਟ ਇਜ਼ ਆਲ ਮੈਨੀਪੂਲੇਸ਼ਨ, ਯੂ نو ਇਲੈਕਸ਼ਨ ਇਜ਼ ਜਸਟ ਨਥਿੰਗ ਬਟ ਮੈਨੀਪੂਲੇਸ਼ਨ, ਕਿ ਇੰਨੀ ਸ਼ਰਾਬ ਪਿਲਾਓ, ਇੰਨੇ ਪੈਸੇ ਖਰਚੋ, ਇੰਨੇ ਵਿਰੋਧੀਆਂ ਨੂੰ ਦਿਓ, ਇੰਨੇ ਆਜ਼ਾਦ ਖੜੇ ਕਰ ਦਿਓ ਤੇ ਇਲੈਕਸ਼ਨ ਦਿੱਤੀ ਜਾਊਗੀ। ਤੁਹਾਨੂੰ ਗਲਤਫਹਿਮੀ ਹੋ ਗਈ। ਅਗਰ ਤੁਸੀਂ ਅਕਾਲੀ ਦਲ ਦੀ ਸਹੀ ਆਈਡੀਓਲੋਜੀ, ਮਤਲਬ ਕਿ ਘੱਟ ਗਿਣਤੀਆਂ ਤੇ ਪਹਿਰਾ ਦਿੰਦੇ, ਤੁਸੀਂ ਜੰਮੂ ਕਸ਼ਮੀਰ ਦੇ ਟੋਟੇ ਤੇ ਖੁਸ਼ ਹੋ ਕੇ ਵੋਟਾਂ ਨਾ ਪਾਉਂਦੇ, ਤੁਸੀਂ ਸਿਟੀਜ਼ਨ ਅਮੈਂਡਮੈਂਟ ਐਕਟ ਬਿੱਲ ਬਣਾਇਆ ਬੀਜੇਪੀ ਨੇ ਐਂਟੀ ਮਾਈਨੋਰਿਟੀ, ਤੁਸੀਂ ਉਹਦੇ 'ਚ ਵੋਟਾਂ ਨਾ ਪਾਉਂਦੇ, ਤੁਸੀਂ ਜਦੋਂ ਆਰਡੀਨੈਂਸਸ ਪਾਸ ਹੋ ਰਹੇ ਸੀ ਤੁਸੀਂ ਕੁਇਕਲੀ ਡਿਸਾਈਡ ਕਰਦੇ, ਆਰਡੀਨੈਂਸ ਨੂੰ ਪਹਿਲਾਂ ਹੀ ਉੱਥੋਂ ਰਿਜੈਕਟ ਕਰਦੇ। ਤੇ ਜਿਹੜਾ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਦੇਖੋ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਏ ਤੇ ਤੁਸੀਂ ਦੰਦ ਕੱਢਦੇ ਰਹਿ ਜਾਓ, ਉੱਥੇ ਹੱਸਦੇ ਰਹਿ ਜਾਓ, ਕਿਸੇ ਪੁਲਿਸ ਵਾਲੇ ਨੂੰ ਨਾ ਫੜੋ, ਕਿਸੇ ਡੇਰੇ ਪ੍ਰੇਮੀ ਨੂੰ ਨਾ ਫੜੋ। ਇਹ ਤੁਹਾਨੂੰ ਉਹਦੀ ਸਜ਼ਾ ਮਿਲੀ ਹੈ। ਔਰ ਜਿਹੜੀ ਤੁਸੀਂ ਅਰਦਾਸ ਕੀਤੀ ਸੀ ਦਰਬਾਰ ਸਾਹਿਬ, ਕੀ ਕਿਹਾ ਸੀ ਜਾ ਕੇ ਉੱਥੇ ਯਾਦ ਕਰੋ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਉਹਨਾਂ ਦਾ ਕੱਖ ਨਾ ਰਹੇ। ਮੈਂ ਹੁਣ ਡਰ ਕੇ ਕਹਿ ਰਿਹਾ ਵਾਹਿਗੁਰੂ ਦੀ ਅਰਦਾਸ, ਉਹ ਤੋਂ ਉੱਪਰੋਂ ਡਰ ਕੇ ਕਿ ਵਾਹਿਗੁਰੂ ਨੇ ਉਹੀ ਗੱਲ ਤੁਹਾਡੀ ਅਰਦਾਸ ਪੂਰੀ ਕੀਤੀ। ਮੇਰੇ ਤੋਂ ਨਾ ਖਵਾਓ, ਤੁਹਾਡਾ ਮਤਲਬ ਕਿ ਚੰਗਾ ਨਹੀਂ ਲੱਗਦਾ। ਬਾਦਲ ਸਾਹਿਬ ਨੂੰ ਲਾਸਟ ਏਜ ਵਿੱਚ ਤੁਹਾਨੂੰ ਇਲੈਕਸ਼ਨ ਹੀ ਨਹੀਂ ਸੀ ਲੜਾਉਣੀ ਚਾਹੀਦੀ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਹੀਂ ਲੜਨੀ ਚਾਹੀਦੀ ਸੀ। ਦੇयर इज ਸਮ ਲਿਮਿਟ, ਯੂ نو देयर इज ਸਮ ਲਾਅ ਆਫ ਨੇਚਰ, देयर इज ਸਮ ਰਿਸਪੈਕਟ ਟੂ ਏਜ, ਤੁਹਾਨੂੰ ਨਹੀਂ ਸੀ ਲੜਨੀ ਚਾਹੀਦੀ। ਪਰ ਚਲੋ ਤੁਸੀਂ ਲੜ ਲਈ ਆ, ਤੁਸੀਂ ਉਹਨਾਂ ਦੀ ਤੋਹੀਨ ਕਰਾਈ ਜਾਂਦੇ ਵਾਰਿਆਂ ਦੀ, ਇਹ ਹੋਣੀ ਨਹੀਂ ਸੀ ਚਾਹੀਦੀ। ਔਰ ਤੁਹਾਡੇ ਸਾਰੇ ਪਰਿਵਾਰ ਨੂੰ ਲੋਕਾਂ ਨੇ ਤੁਹਾਨੂੰ ਬਹੁਤ ਇੱਕ ਮੈਸੇਜ ਦਿੱਤਾ ਵਾ ਕਿ ਵੈਨ ਯੂ ਮਿਸਬਿਹੇਵ ਵਿਦ ਪੀਪਲ, ਵੈਨ ਯੂ ਥਿੰਕ ਦੈਟ ਇਟ ਇਜ਼ ਆਲ ਅ ਜੋਕ ਐਂਡ ਓਨਲੀ ਮਨੀ ਪਾਵਰ ਇਜ਼ ਐਵਰੀਥਿੰਗ ਇਨ ਪੰਜਾਬ, ਇਟ ਡਜ਼ਨਟ ਰੀਅਲੀ ਵਰਕ ਲਾਈਕ ਦਿਸ। ਇਹ ਤੁਹਾਨੂੰ ਸਾਰਾ ਸੁਣਿਆ ਦਿੱਤਾ। ਤਾਂ ਅੰਤ ਵਿੱਚ ਮੈਂ ਆਪਣੇ ਇਲਾਕੇ ਦੇ ਲੋਕਾਂ ਦਾ, ਸਮੂਹ ਪੰਜਾਬ ਦੇ ਲੋਕਾਂ ਦਾ, NRIs ਦਾ ਮੈਂ ਦੇਣ ਨਹੀਂ ਦੇ ਸਕਦਾ ਵੀ ਜਿੰਨੀ ਉਹਨਾਂ ਨੇ ਮੇਰੀ ਮਦਦ ਕੀਤੀ ਆ। ਸਾਰਿਆਂ ਦਾ ਮੈਂ NRIs ਦਾ ਧੰਨਵਾਦ ਕਰਦਾ। ਔਰ ਮੈਂ ਇੱਕ ਵਾਰ ਫਿਰ ਇਹੀ ਕਾਮਨਾ ਕਰਦਾ ਕਿ ਜਿਹੜੀ ਸਰਕਾਰ ਬਣੇ ਉਹ ਲੋਕਾਂ ਦੇ ਹਿੱਤ ਦੇ ਕੰਮ ਕਰੇ ਔਰ ਅੱਛੇ ਕੰਮ ਕਰੇ, ਅਸੀਂ ਉਹਨਾਂ ਦਾ ਸਪੋਰਟ ਕਰਾਂਗੇ। ਤੇ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਤੁਹਾਡਾ ਜਿਹਦੇ ਨਾਲ ਧੰਨਵਾਦ ਕਰ ਸਕਾਂ। ਤੇ ਕਾਂਗਰਸ ਨੂੰ ਦੁਬਾਰਾ ਮੈਂ ਕਹਿਣਾ ਚਾਹੁੰਦਾ ਕਿ ਬਿਲਕੁਲ ਫਿਕਰ ਨਹੀਂ ਕਰਨਾ, ਮੈਂ ਨਾਲ ਖੜਾ ਤੁਹਾਡੇ। ਮੈਂ ਕਿ ਅਸੀਂ ਸਾਰੇ ਨਾਲ ਖੜੇ, ਬੜੇ 18 MLA ਥੋੜੇ ਨਹੀਂ ਹੁੰਦੇ, 18 ਬਹੁਤ ਹੁੰਦੇ ਨੇ। ਸੋ ਅਸੀਂ 18 180 ਵਰਗੇ ਆ, ਅਸੀਂ ਤੁਹਾਡੇ ਨਾਲ ਖੜੇ ਹਾਂ। ਜਿੱਥੇ ਕਹੋਗੇ ਅਸੀਂ ਪਹੁੰਚਾਂਗੇ, ਤੁਹਾਡੀ ਅਸੀਂ ਹਰ ਵਕਤ ਹਰ ਮੁਮਕਿਨ ਮਦਦ ਕਰਾਂਗੇ। ਅੱਜ ਵਾਸਤੇ ਇੰਨਾ ਹੀ ਲਾਈਵ ਸੀਗਾ। ਮੈਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹੋਇਆ ਅੱਜ ਜਿੰਨੇ ਸੱਜਣ ਇੱਥੇ ਆਏ ਨੇ ਵਧਾਈ ਦੇਣ ਵਾਸਤੇ, ਇਹਨਾਂ ਦਾ ਵੀ ਧੰਨਵਾਦ ਕਰਦਾ। ਧੰਨਵਾਦ ਤੇ ਤੁਹਾਡਾ ਮੇਰੇ ਨਾਲ ਸਵੇਰੇ ਜੁੜਨ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਪਿਆਰ ਨਾਲ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ।